ਸਤਿ ਸ਼੍ਰੀ ਅਕਾਲ ਜੀ। ਮੈਂ ਜਗਜੀਤ ਸਿੰਘ ਮੁੱਦੜ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਸਿੱਖ ਕਾਉਂਸਲ। ਜਿਸ ਤਰ੍ਹਾਂ ਕਿ ਕਾਫੀ ਦਿਨਾਂ ਤੋਂ ਤੁਸੀਂ ਦੇਖੋ ਕਿ ਪੂਰੇ ਦੇ ਪੂਰੇ ਸਿੱਖਾਂ ਦੇ ਵਿੱਚ ਬਹੁਤ ਇੱਕ ਰੋਸ਼ ਜਿਹੜਾ ਸੀਗਾ ਕਿ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਜਿਹੜੇ ਸੀਗੇ ਉਹ ਪਤਾ ਲੱਗਾ ਸੀਗਾ ਕਿ ਉਹ ਗਾਇਬ ਹੋ ਗਏ ਜਾਂ ਉਹ ਕਿਸੇ ਨੇ ਦਿੱਤੇ, ਕਿਹਨੇ ਦਿੱਤੇ, ਕਿਹਨੂੰ ਦਿੱਤੇ, ਉਹਦਾ ਵੀ ਖੁਲਾਸਾ ਅਜੇ ਤੱਕ ਨਹੀਂ ਸੀ ਹੁੰਦਾ ਪਿਆ। ਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਅੱਜ ਜਿਹੜਾ ਹੈਗਾ 18 ਤਰੀਕ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜੇ ਅਕਾਲ ਤਖਤ ਸਾਹਿਬ ਦੇ ਵਿੱਚੋਂ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੈਗਾ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜਾ ਵੱਡਾ ਇੱਕ ਖੁਲਾਸਾ ਇੱਕ ਕਲੀਅਰ ਕੀਤਾ ਹੈਗਾ ਕਿ ਗੁਰਦੁਆਰਾ ਜਿਹੜਾ ਹੈਗਾ ਸੀਗਾ ਗੁਰੂ ਰਾਮਸਰ ਸਾਹਿਬ ਦੇ ਵਿਖੇ ਜਿਹੜਾ 2016 ਦੇ ਵਿੱਚ ਜੇ ਇੱਕ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਿਹੜੀ ਅੱਗ ਲੱਗ ਗਈ ਸੀ ਤੇ ਉਹਦੇ ਵਿੱਚ ਕਾਫੀ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਿੰਟ ਹੁੰਦੇ ਪਏ ਸੀਗੇ ਉਹ ਅਗਨ ਭੇਟਾ ਉਹ ਹੋ ਗਈ ਸੀਗੀ ਤੇ ਅਗਨ ਭੇਟਾ ਹੋ ਗਏ ਸੀਗੇ। ਤੇ SGPC ਦੇ ਜਿਹੜੇ ਇਸ ਘਟਨਾ ਦੇ ਬਾਰੇ SGPC ਦੇ ਜਿਹੜੇ ਵੀ ਵੱਡੇ ਜਿਹੜੇ ਪ੍ਰਧਾਨ ਸੀਗੇ, ਸਕੱਤਰ ਸੀਗੇ, ਕੁਝ ਵੀ ਸੀਗੇ, ਉਹਨਾਂ ਨੇ ਕੋਈ ਵੀ ਇਸ ਅਗਨ ਭੇਟਾ ਜਿਹੜੀ ਹੋਈ ਸੀਗੀ ਤੇ ਇਹਦਾ ਕੋਈ ਵੀ ਪਛਤਾਤਾਪ ਕੁਝ ਨਹੀਂ ਕੀਤਾ। ਬੜੀ ਵੱਡੀ ਇਹਨਾਂ ਨੇ ਜਿਹੜੀ ਹੈਗੀ ਅਣਗਹਿਲੀ ਕੀਤੀ ਸੀਗੀ। ਮੈਂ ਤੁਹਾਨੂੰ ਇੱਕ ਵੀਡੀਓ ਮੇਰੇ ਕੋਲ ਹੈਗੀ, ਮੈਂ ਵੀਡੀਓ ਤੁਹਾਨੂੰ ਸੁਣਾ ਦਿੰਦਾ। मैं तुम थोड़ा जा के करके दिखा देना, थोड़ा जा के करके होर ਤੁਸੀਂ ਦੇਖਿਆ ਹੋਵੇਗਾ ਕਿ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹਨਾਂ ਨੇ ਬੜਾ ਕਲੀਅਰ ਕੀਤਾ ਹੈਗਾ ਕਿ ਭਈਆ ਜਿਹੜਾ ਕਿ ਕੋਈ ਵੀ SGPC ਦੇ ਜਿੰਨੇ ਵੀ ਜਿਹੜੇ ਸੀਗੇ ਸਾਡੇ ਵੱਡੇ ਅਹੁਦੇਦਾਰ ਵੀ ਇਹਨਾਂ ਦੀ ਇੰਨੀ ਅਣਗਹਿਲੀ ਸੀਗੀ ਕਿ ਇਹਨਾਂ ਨੇ ਕੋਈ ਵੀ ਪਛਤਾਤਾਪ ਉਹਦੇ ਵਿੱਚ ਨਹੀਂ ਕੀਤਾ। ਹੋਰ ਵੀ ਉਹਨਾਂ ਨੇ ਗੱਲ ਕਹੀ ਕਿ ਹੋਰ ਵੀ ਭ੍ਰਿਸ਼ਟਾਚਾਰ ਦੇ ਵੀ ਇਹਨਾਂ ਕੋਲ ਕੇਸ ਆਏ ਸੀਗੇ ਕਿ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦਿੱਤੇ ਗਏ ਸੀਗੇ, ਜਿਹੜੇ ਵੀ SGPC ਦੇ ਵਿੱਚ ਅਗਰ ਕੋਈ ਵੀ ਜਿਹੜੇ ਬੰਦੇ ਅੰਦਰ ਕਿਤੇ ਟੀਮ ਦੇ ਵਿੱਚ ਸੀਗੇ ਕਿ ਉਹਨਾਂ ਨੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਔਰ ਜਿਹੜੀ ਉਹਦੀ ਭੇਂਟਾ ਸੀਗੀ, ਉਹਦੀ ਭੇਂਟਾ ਦੀ ਜਿਹੜੀ ਹੈਗੀ ਹੈ ਉਹ ਆਪਣੀ ਜੇਬ ਦੇ ਵਿੱਚ ਪਾ ਲਿੱਤੀ। ਯਾਨੀ ਕਿ ਉਹਦੀ ਕੋਈ ਵੀ ਰਸੀਦ ਨਹੀਂ, ਕੋਈ ਵੀ ਕਿਤੇ ਕੁਝ ਵੀ ਨਹੀਂ, ਕੋਈ ਵੀ ਐਂਟਰੀ ਨਹੀਂ ਉਹਦੀ ਕੀਤੀ ਗਈ। ਇਹਦਾ ਮਤਲਬ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜਾ ਕਲੀਅਰ ਗੱਲ ਕੀਤੀ ਹੈਗੀ ਹੈ ਕਿ ਬਈ ਇਹਦੇ ਵਿੱਚ ਵੀ ਸਾਡੇ ਅੰਦਰ ਦੇ SGPC ਦੇ ਜਿਹੜੇ ਕਈ ਜਿਹੜੇ ਮੁਲਾਜ਼ਮ ਔਰ ਕਈ ਜਿਹੜੇ ਭ੍ਰਿਸ਼ਟਾਚਾਰ ਜਿਹੜੇ ਬੰਦੇ ਅੰਦਰ ਕਰਦੇ ਪਏ ਨੇ, ਉਹਨਾਂ ਨੇ ਬੜਾ ਵੱਡਾ ਇਹ ਗਲਤ ਕੰਮ ਕੀਤਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਅਗਰ ਦਿੱਤਾ, ਵੇਚਿਆ ਜਾਂ ਉਹਦੇ ਪੈਸੇ ਆਪਣੀ ਜੇਬ ਤੇ ਪਾਏ। ਉਹਨਾਂ ਨੇ ਵੀ ਕਾਫੀ ਬੰਦਿਆਂ ਨੂੰ ਵੀ ਇੰਨੀ ਗੱਲ ਕਹੀ ਹੈਗੀ ਕਿ ਭਈਆ ਇਹਨਾਂ ਨੂੰ ਵੀ ਜਿਹੜਾ ਹੈਗਾ ਨਾ ਇਹਨਾਂ ਨੂੰ ਸਜ਼ਾ ਲੱਗੇਗੀ ਔਰ ਇਹਨਾਂ ਨੇ ਕਾਫੀ ਬੰਦਿਆਂ ਨੂੰ ਜਿਹੜੀ ਹੈਗੀ ਹੈ ਆਪਣੀ ਤਨਖਾਹ ਵੀ ਲਗਾਈ ਹੈਗੀ ਹੈ। ਔਰ ਉਹਨਾਂ ਨੇ ਬੜਾ ਵੱਡਾ ਇੱਕ ਕੰਮ ਕੀਤਾ ਕਿ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈਗੀ ਕਿ ਜਿਹੜੀ ਕੱਲ੍ਹ ਪਰਸੋਂ ਦੀ ਜਿਹੜੀ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਘਟਨਾ ਹੋਈ ਸੀ ਕਿ ਇੱਕ ਨਿਹੰਗ ਸਿੰਘ ਦੀ ਪੱਗ ਲੱਥੀ ਸੀਗੀ, ਉਹਨਾਂ ਨੇ ਉਹ ਵੀ ਆਦੇਸ਼ ਦਿੱਤਾ ਹੈਗਾ ਕਿ ਜਿਨ੍ਹਾਂ ਨੇ ਵੀ ਉਹ ਪੱਗ ਲੱਥੀ ਹੈ, ਪੱਗ ਜਿਨ੍ਹਾਂ ਲਾਈ ਹੈ, ਗਲਤੀ ਕਿਸੇ ਦੀ ਹੈਗੀ ਹੈ, ਕਿਸੇ ਦੀ ਨਹੀਂ ਹੈਗੀ, ਮਗਰ ਤੁਹਾਨੂੰ ਉਹਦਾ ਵੀ ਪਛਤਾਤਾਪ ਕਰਨਾ ਪਏਗਾ ਜਿਹੜੇ SGPC ਦੇ ਜਿਹੜੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਵੀ।
एक गल उन्होंने अज होर भी बड़ी क्लीयर की है कि जोड़े SGPC के कुछ जोड़े मैंबर है ने, जब एक सुच्चा सिंह आला जोड़ा है जो पंथ तो जिन्होंने अगर छेकिया होया तो उस बंदे के नाल जोड़ा है SGPC के जोड़े वड्डे वड्डे अहुदेदार जोड़े भी है उन्होंने भी मिल वरतना है। अज उन्होंने भी उन्होंने वार्निंग दे दी है कि जे तुसी अगर अज तो बाद अगर मिले तो फिर तुसी देखना कि फिर तुहाडे ते बड़ी वड्डी कार्रवाई की जाएगी। मैं कहना वा कि बहुत वधिया गल हैगी कि अज साडे जिहड़े गुरु ग्रंथ साहब जिहड़े हैगे ने सब तो उच्च मन्ने जाते हैं। जो गुरु गोबिंद सिंह साहब जी ने जो अपने 10वें जिहड़े साडे गुरु सीगे उन्होंने अपने तो बाद गुरु ग्रंथ साहब जी नूं कहा सीगा कि बई तुहाडे जिहड़े सिखां दे जिहड़े गुरु हैगे ने अज तो बाद तुसीं गुरु ग्रंथ साहब जी नूं ही अपना गुरु मनना है। हुण सवाल ये पैदा होंदा है कि जे साडे गुरु जे किसी ने वेचे या किसी को दिते या गुरु ग्रंथ साहब की बेदबी की, मैं कहना वा कि जे असी नतमस्तक होने है, जे अगर अपनी सारे कार्यशैली पूरी कर दिया, सवेरे मत्था टेक के असी अपने सारे कारोबार कर दिया, खुशियां दे विच गमियां दे विच साडे असी गुरु ग्रंथ साहब जी नूं अपने हाज़र नाज़र रखते है कि साडे बाबा जी साडे हाज़र नाज़र है ने खुशियां च भी गमियां च भी। तो मैं कहना कि अज की तरीक दे विच अगर कोई भी सिख अगर गुरु ग्रंथ साहब जी नूं वेच रहा या किसी नूं दे रहा या किसी नूं चुरा रहा या उहदी बेदबी करदा पिया, ये अज की तरीक दे विच गुरु जिहड़े साडे अकाल तख्त साहब के जथेदार जिहड़े हैगे ने अकाली फूला सिंह जी वर्गे जिहड़े हैगे ने उन्होंने फैसले लैणे पैणगे, क्योंकि जिहड़े भी बंदे वेचते हैं या बेदबियां करते हैं इन्हों की करना पेगा, सख्त तो सख्त इन्हों पर कार्रवाई की जानी चाहिए हैगी। क्योंकि जिस तरह दुबई के विच अगर कोई बंदा चोरी करता वो हथ कट दिते जाते हैं, अगर कोई बंदा अगर किसी लड़की नाल अगर छेड़खानी करता तो सारे बाजार के विच दुबई के विच उन्होंने क्रेन दे नाल टांग के उन्होंने फांसी दी जाती है, ताकि इस करके दी जाती है कि आने वाले टाइम के विच कोई भी बंदा उन्होंने मुल्क के विच इहो जिहा कोई काम ना करे। मैं कहना कोई इहो जिहे सख्त फैसले होने चाहिए ने कि जिहड़े भी बंदे साडे सिख समुदाय के विच भी रह के मतलब इहो जिहा बेदबियां करांदे पे ने, इहो जिहे जिहड़े गुरु ग्रंथ साहब नूं वेचदे पे ने, गैब करांदे पे ने, इन्हां नाल भी दुबई वर्गे जिहड़े हैगे ना जिहड़ियां सज़ावां होंदियां उहो जिहियां सज़ावां होणियां चाहीदियां। क्योंकि आने वाले टाइम के विच कोई भी बंदे नूं पता होवे कि गुरु ग्रंथ साहब की अगर मैं बेदबी करांगा, गुरु ग्रंथ साहब नूं अगर मैं वेचांगा, गुरु ग्रंथ साहब नूं अगर मैं गैब करांगा तो उहदा असर उहदे नाल की होने वाला है। सवाल ये पैदा होता है कि देखो अज की तरीक दे विच साडे सिख संगतां दे विच जिहड़ी हैगी ने साडे अहुदेदार इहो जिहे हैगे ने, साडे SGPC के भी कई जिहड़े मैंबर हैगे ने, देखो बड़े बड़े वधिया मैंबर भी हैगे ने, दिल्ली सिख गुरुद्वारा मैनेजमेंट कमेटी दे विच भी कई बहुत वधिया जिहड़े हैगे ने अहुदेदार हैगे ने, मगर कुछ भ्रष्ट जिहड़े अहुदेदार हैगे ने वो चंगे बंदियां नूं अगे आने नहीं दिंदे, उन्होंने दरकिनारे कर देंगे ने। अज मैं कहना कि बड़े बड़े चंगे बंदे अज साढ़े कोल हैगे ने मगर उन्हों चेहरा सामने नहीं आता। ਜਿਹੜੇ ਬੰਦੇ ਗਲਤੀਆਂ ਕਰਦੇ ਪਏ ਨੇ, ਜਿਹੜੇ ਬੰਦਾ ਭ੍ਰਿਸ਼ਟਾਚਾਰ ਕਰਦੇ ਪਏ ਨੇ ਉਹ ਲਗਾਤਾਰ ਕਰਦੇ ਪਏ ਨੇ, ਜਿਹੜਾ ਬੰਦਾ ਬੋਲਦਾ ਉਹ ਉਹਦੇ ਮੂੰਹ ਬੰਦ ਕਰ ਦਿੰਦੇ ਨੇ। ਨਹੀਂ ਅੱਜ ਜਿਵੇਂ ਸਾਰੇ ਸਿੱਖ ਜਿਹੜੀਆਂ ਜਥੇਬੰਦੀਆਂ ਮੈਂ ਕਈ ਵਾਰੀ ਆਪਣੀ ਵੀਡੀਓ 'ਚ ਕਹਿ ਚੁੱਕਾ ਕਿ ਅਸੀਂ ਇਕੱਲੇ ਇਕੱਲੇ ਅਗਰ ਲੜਾਂਗੇ ਅਸੀਂ ਕਦੀ ਵੀ ਜਿੱਤ ਹਾਸਲ ਨਹੀਂ ਕਰ ਸਕਦੇ। ਜਿਵੇਂ ਮੈਂ ਆਪਣੀ ਕੱਲ੍ਹ ਦੀ ਵੀ ਵੀਡੀਓ 'ਚ ਪਾਇਆ ਸੀਗਾ ਕਿ ਤਕਰੀਬਨ ਅੰਮ੍ਰਿਤਸਰ ਦੇ ਵਿੱਚ ਹੀ 100 ਜਥੇਬੰਦੀਆਂ ਹੈਗੀਆਂ। ਜੇ 100 ਜਥੇਬੰਦੀ ਹੈਗੀ ਹੈ ਤੇ ਤੁਸੀਂ ਅਲੱਗ-ਅਲੱਗ ਕਮਾਂਡਰ ਹੋਵੋਗੇ ਤੇ ਜਿਹੜਾ ਤੁਹਾਨੂੰ ਇੱਕ ਕਮਾਂਡ ਕਰ ਰਿਹਾ ਅੱਜ ਦੀ ਤਰੀਕ ਦੇ 'ਚ कभी भी असी नहीं जित पावांगे। सानू सारे सिखां नूं एक झंडे थल्ले आना पेगा। जिवें साडा जिवें असी तुसीं ये देखो साडे निशान साहब ने, एक निशान साहब ने, सारे असी उहदे थल्ले हैगे आ। सानू अपना एक कमांडर मनना पेगा, सानू एक प्रधान मनना पेगा, सानू सारा कुछ मनना पेगा। और जो जिस वो जिहड़ी दिशा दे विच जदों चलाणगे चंगी दिशा चलाणगे असीं चंगी दिशा जावांगे। अगर वो गलत काम करनगे तो सारे बंदे सारी जथेबंदियां उन्हां नूं घेर लांगे, की दिक्कत हैगी ते उन्हां नूं काम करना पेगा। ਹੁਣ ਜਦੋਂ ਅਸੀਂ ਅਲੱਗ-ਅਲੱਗ ਕੰਮ ਕਰਾਂਗੇ ਤੇ ਅਸੀਂ ਕਦੀ ਵੀ ਉਮੀਦ ਨਾ ਕਰੀਏ। ਮੈਂ ਗੱਲ ਹੋਰ ਵੀ ਕਹਿਣਾ ਵਾ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਸਾਡੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਈ ਲੋਕ ਜਿਹੜੇ ਐਗਜ਼ੀਕਿਊਟਿਵ ਕਮੇਟੀ ਦੇ ਚਾਹੁੰਦੇ ਨੇ ਸਿਰਫ ਉਹ ਆਪਣੇ ਅਹੁਦੇ ਲੈਣ ਵਾਸਤੇ ਆਉਂਦੇ ਨੇ, ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ ਹੈਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਦੇਖੋ ਕੰਮ ਉਹ ਕਰਨਾ ਚਾਹੀਦਾ, ਅਹੁਦੇ ਉਹਨਾਂ ਬੰਦਿਆਂ ਨੂੰ ਲੈਣੇ ਚਾਹੀਦੇ ਜਿਹੜੇ ਬੰਦੇ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਸਿੱਖ ਪੰਥ ਦਾ ਕੰਮ ਵੀ ਕਰਨ। ਐ ਨਹੀਂ ਹੈਗਾ ਕਿ ਮੈਨੂੰ ਇਹ ਡੈਜਿਗਨੇਸ਼ਨ ਮਿਲ ਗਈ ਹੈ ਤੇ ਮੈਂ ਤੁਸੀਂ ਉਹਦਾ ਰੋਹ ਵੀ ਪਾਓਗੇ ਕਿ ਮੈਂ ਇਹ ਡੈਜਿਗਨੇਸ਼ਨ ਹੈਗੀ ਹੈ। ਹਾਂ ਅਸੀਂ ਕਈ ਚੀਜ਼ਾਂ ਹੋਰ ਵੀ ਦੇਖੀਆਂ ਹੈਗੀਆਂ ਕਿ ਜਿਨ੍ਹਾਂ ਨੂੰ ਡੈਜਿਗਨੇਸ਼ਨਾਂ ਮਿਲੀਆਂ ਹੋਈਆਂ, ਕਈ ਬੰਦੇ ਐਸੇ ਨੇ ਭ੍ਰਸ਼ਟਾਚਾਰ ਕਰਦੇ ਨੇ, ਭ੍ਰਸ਼ਟ ਬੰਦੇ ਐਸੇ ਹੈਗੇ ਨੇ ਜਿਹੜੇ ਕਮੇਟੀਆਂ ਦੇ ਵਿੱਚ ਤੁਸੀਂ ਦੇਖੋ ਜਦੋਂ ਕਮੇਟੀ 'ਚ ਨਹੀਂ ਸੀ ਆਏ ਉਹਨਾਂ ਦੀ ਪ੍ਰਾਪਰਟੀ ਕੀ ਸੀ, ਉਹਨਾਂ ਦੇ ਕੋਲ ਬੈਂਕ ਬੈਲੈਂਸ ਕੀ ਸੀ, ਉਹਨਾਂ ਦਾ ਨਾਮ ਕੀ ਸੀ। ਅੱਜ ਤੁਸੀਂ ਦੇਖੋ ਕਿ ਜਦੋਂ ਕਮੇਟੀਆਂ 'ਚ ਆ ਗਏ ਨੇ ਤੇ ਉਹਨਾਂ ਦੇ ਬੈਂਕ ਬੈਲੈਂਸ ਕੀ ਨੇ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਕੀ ਨੇ, ਜ਼ਮੀਨ ਅਸਮਾਨ ਦਾ ਤੁਹਾਨੂੰ ਪਤਾ ਲੱਗੇਗਾ ਕਿ ਕਰਪਸ਼ਨ
ਉਹ ਬੰਦੇ ਕਿਵੇਂ ਕਰਦੇ ਪਏ ਨੇ। ਹੁਣ ਇਹ ਜਿਹੜੇ ਬੰਦੇ ਕਰਪਸ਼ਨ ਕਰਦੇ ਪਏ ਨੇ ਨਾ, ਇਹਨਾਂ ਨੇ ਆਪਣੀ ਪੂਰਾ ਟੀਮ ਵਰਕ ਬਣਾਇਆ ਹੁੰਦਾ, ਜਿਵੇਂ ਘੇਰਾ ਹੁੰਦਾ ਨਾ Z+ ਸਿਕਿਉਰਿਟੀ ਦਾ, ਉਹਨਾਂ ਨੇ ਆਪਣਾ ਘੇਰਾ ਬਣਾਇਆ ਹੁੰਦਾ। ਜਦੋਂ ਵੀ ਕੋਈ ਬੰਦਾ ਸਵਾਲ ਪੁੱਛਦਾ ਹੈਗਾ ਤੇ ਉਹੀ ਬੰਦੇ ਜਿਹੜੇ ਉੱਠ ਕੇ ਉਹਨਾਂ ਨੂੰ ਜਵਾਬ ਦੇ ਦਿੰਦੇ ਨੇ। ਚੰਗੇ ਬੰਦੇ, ਸਵਾਲ ਕਰਨ ਵਾਲੇ ਬੰਦੇ ਨੂੰ ਸਵਾਲ ਕਰਨ ਹੀ ਨਹੀਂ ਦਿੰਦੇ। ਅੱਜ ਸਾਡੇ ਭਾਵੇਂ SGPC ਸਰਮੋਰ ਸਾਡੀ ਜਿਹੜੀ ਹੈਗੀ, ਪਹਿਲੇ ਇੱਕ ਜਥੇਬੰਦੀ ਹੈਗੀ SGPC ਸਭ ਤੋਂ ਵੱਡੀ ਜਿਹੜੀ ਸਿੱਖਾਂ ਦੀ, ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਉਂਦੀ ਹੈ। ਮੈਂ ਕਹਿੰਦਾ ਜਿਹੜਾ ਵੀ ਬੰਦਾ ਕੋਈ ਗਲਤੀ ਕਰਦਾ, ਪੂਰੇ ਦੇ ਪੂਰੇ ਸਿੱਖ ਸਮੁਦਾਇ ਦੇ ਸਾਰੇ ਬੰਦੇ ਉਹਨਾਂ ਨੂੰ ਘੇਰ ਲਓ, ਘੇਰ ਕੇ ਉਹਨਾਂ ਕੋਲ ਸਵਾਲ ਪੁੱਛੋ, ਉਹਨਾਂ ਨੂੰ ਜਵਾਬ ਦੇਣਾ ਪਏਗਾ। ਇਹਦਾ ਮਤਲਬ ਇਹ ਥੋੜੀ ਹੈ ਕਿ ਇਹ ਕਿੰਨੇ ਕੁ ਬੰਦੇ ਹੋਣਗੇ, 50, 100, 700, 200, ਕਿੰਨੇ ਕੁ ਬੰਦੇ ਹੋਣਗੇ। ਤੁਸੀਂ ਦੇਖੋ, ਅਸੀਂ ਸਿੱਖ ਜਿਹੜੇ ਹੈਗੇ ਆ 1.75% ਹੈਗੇ ਆ। ਜੇ ਅਗਰ ਅਸੀਂ ਇਕੱਠੇ ਹੋ ਕੇ ਕੋਈ ਇਹਨਾਂ ਦੇ ਕੋਲ ਧਾਵਾ ਬੋਲਾਂਗੇ, ਇਹਨਾਂ ਨੂੰ ਸੰਗਤ ਦਾ ਜਵਾਬ ਦੇਣਾ ਹੀ ਪਏਗਾ। ਇਹ ਸੰਗਤ, ਇਹ ਗੁਰਦੁਆਰਿਆਂ ਦੇ ਕਸਟੋਡੀਅਨ ਹੈਗੇ ਨੇ, ਇਹ ਮਾਲਕ ਨਹੀਂ ਹੈਗੇ। ਮਗਰ ਹੁਣ ਦੇਖਿਆ ਜਾਂਦਾ ਕਿ ਆਪਣੇ ਆਪ ਨੂੰ ਮਾਲਕ ਹੀ ਸਮਝਦੇ ਨੇ। ਮੈਂ ਕਹਿੰਦਾ ਕਿ ਜਿਹੜਾ ਵੀ ਕੋਈ ਵੀ ਬੰਦਾ, ਜਿਸ ਤਰ੍ਹਾਂ ਅਕਾਲੀ ਫੂਲਾ ਸਿੰਘ ਜੀ ਜਿਹੜੇ ਸਾਬਕਾ ਜਥੇਦਾਰ ਸੀਗੇ ਸਾਡੇ, ਜਿਹੜੇ ਅਕਾਲ ਤਖਤ ਸਾਹਿਬ ਦੇ, ਦੇਖੋ ਕਿੰਨੇ ਤਗੜੇ ਫੈਸਲੇ ਲੈਂਦੇ ਸੀਗੇ। ਅੱਜ ਸਾਡੇ ਜਥੇਦਾਰ ਹਰਪ੍ਰੀਤ ਸਿੰਘ ਜੀ ਵੀ ਜਿਹੜੇ ਫੈਸਲੇ ਲੈਂਦੇ ਪਏ ਨੇ, ਔਰ ਇਹਨਾਂ ਨੂੰ ਹੋਰ ਸਖਤ ਫੈਸਲੇ ਲੈਣੇ ਪੈਣਗੇ। ਚਾਹੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਾਂ ਕੋਈ ਵੀ ਬੰਦਾ ਜਾਂ ਉਹਨਾਂ ਦੀ ਟੀਮ ਅਗਰ ਕੋਈ ਗਲਤ ਕੰਮ ਕਰਦੀ ਪਈ, ਉਹਨਾਂ ਨੂੰ ਵੀ ਤਕੜੇ ਔਰ ਸਖਤ ਉਹਨਾਂ 'ਤੇ ਵੀ ਕਾਰਵਾਈ ਇਹਨਾਂ ਨੂੰ ਕਰਨੀ ਚਾਹੀਦੀ ਹੈਗੀ। ਕਿਉਂਕਿ ਕਈ ਵਾਰ ਦੇਖਿਆ ਕਿ ਜਿਸ ਤਰ੍ਹਾਂ ਇਹਨਾਂ ਨੇ ਵੀ ਬੜੀ ਵਾਰੀ ਕਿਹਾ ਹੈਗਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਹੈਗਾ ਕਿ ਜਦੋਂ ਨਗਰ ਕੀਰਤਨ ਲੈ ਕੇ ਅਸੀਂ ਪਾਕਿਸਤਾਨ ਦਾ, ਉਹਦਾ ਹਿਸਾਬ ਫਲੈਕਸ ਬੋਰਡ 'ਤੇ ਦਿਓ, ਕਿੰਨਾ ਸੋਨਾ ਆਇਆ, ਕਿੰਨਾ ਪੈਸਾ ਆਇਆ, ਕਿੰਨਾ ਲੋਕਾਂ ਕੋਲ ਆਇਆ, ਕਿੰਨਾ ਖਰਚ ਹੋਇਆ, ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਇਹਦਾ ਮਤਲਬ ਹੈਗਾ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਦੀ ਤਾਮੀਲ ਹੋਣੀ ਚਾਹੀਦੀ, ਉਹ ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਨਹੀਂ ਕੀਤੀ ਹੈਗੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਸਰਮੋਰ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈਗੇ ਨੇ, ਉਹਨਾਂ ਦਾ ਹੁਕਮ ਦਾ ਮਤਲਬ ਹੁਕਮ, ਆਰਡਰ ਦਾ ਮਤਲਬ ਆਰਡਰ, ਕਿਉਂਕਿ ਸਾਡੀ ਸੁਪਰੀਮ ਕੋਰਟ ਸਿੱਖਾਂ ਦੀ ਅਕਾਲ ਤਖਤ ਸਾਹਿਬ ਹੀ ਹੈਗੇ ਨੇ। ਅਸੀਂ ਅਕਾਲ ਤਖਤ ਸਾਹਿਬ ਦੇ ਕਈ ਜਥੇਦਾਰ ਆਏ, ਕਈ ਜਥੇਦਾਰ ਆੜੇ ਨੇ, ਤੇ ਮੈਂ ਕਹਿੰਦਾ ਕਿ ਨਸਤਮਸਤਕ ਸਾਨੂੰ ਅਕਾਲ ਤਖਤ ਸਾਹਿਬ ਤੇ ਅਸੀਂ ਸਾਰੇ ਸਿੱਖ ਹੈਗੇ ਆ, ਸਾਨੂੰ ਹੋਣਾ ਵੀ ਪਏਗਾ। ਔਰ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਦੱਸਾਂ, ਕੋਈ ਵੀ ਭ੍ਰਸ਼ਟਾਚਾਰ ਅਗਰ ਤੁਹਾਡੇ ਸਾਹਮਣੇ ਅਗਰ ਹੁੰਦਾ ਪਿਆ, ਹੋ ਤੇ ਰਿਹਾ ਭ੍ਰਸ਼ਟਾਚਾਰ ਦੇ ਵਿੱਚ ਤਾਂ ਕੋਈ ਦੋ ਰਾਏ ਵਾਲੀ ਕੋਈ ਗੱਲ ਕੋਈ ਨਹੀਂ ਹੈਗੀ। ਇਹ ਨਾ ਹੀ ਕੋਈ ਕਿਸੇ ਨੂੰ ਕੋਈ ਮਤਲਬ ਛੁਪੀ ਹੋਈ ਗੱਲ ਹੈਗੀ, ਸਭ ਕੁਝ ਨਜ਼ਰ ਆਈ ਹੈਗਾ। ਹੁਣ ਜਿਹੜੇ ਬੰਦਿਆਂ ਨੇ, ਮੈਂ ਕਹਿੰਦਾ SGPC ਦੇ ਅਗਰ ਕੋਈ ਮੈਂਬਰ ਹੈਗੇ ਨੇ, ਜਾਂ ਸਰਮੋਰ ਕਮੇਟੀ ਦੇ ਮੈਂਬਰ ਹੈਗੇ ਨੇ, ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੈਗੇ ਨੇ, ਅਗਰ ਉਹਨਾਂ ਨੂੰ ਪਤਾ ਹੈ ਕਿ ਕੋਈ ਬੰਦਾ ਸਾਡਾ ਮੈਂਬਰ ਕੋਈ ਗਲਤੀ ਕਰਦਾ ਪਿਆ, ਉਹ ਅੱਖਾਂ ਬੰਦ ਨਾ ਕਰਨ, ਉਹ ਆਪਣੀਆਂ ਅੱਖਾਂ ਵੀ ਖੋਲ੍ਹਣ, ਕਿ ਨਜ਼ਰ ਰੱਖਣ ਕਿ ਇਹ ਬੰਦਾ ਕਿਹੜੀ ਗਲਤੀ ਕਰਦਾ ਪਿਆ, ਮੂੰਹ ਵੀ ਖੋਲ੍ਹਣ ਔਰ ਉਹਦੇ ਜਿਹੜਾ ਕੰਨ ਵੀ ਖੋਲ੍ਹਣ, ਜਿਹਦੇ ਨਾਲ ਕੀ ਹੈਗਾ, ਆਪਣੀ ਸਿੱਖ ਜਿਹੜਾ ਸਮੁਦਾਇ ਹੈਗਾ ਨਾ, ਸਾਡਾ ਧਰਮ ਜਿਹੜਾ ਹੈਗਾ ਬੜੀਆਂ ਚੜ੍ਹਦੀ ਕਲਾ 'ਚ ਆਵੇ, ਨਹੀਂ ਤੇ ਨਹੀਂ ਆ ਸਕਦੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਦੇਖੋ ਕਈ ਚੀਜ਼ਾਂ ਐਸੀਆਂ ਹੈਗੀਆਂ ਕਿ ਜਿਹੜੀਆਂ ਸਾਨੂੰ ਸੋਚਣੀਆਂ ਪੈਣਗੀਆਂ। ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਜਿਹੜੇ ਆਉਣ ਵਾਲੇ 2021 ਦੇ ਵਿੱਚ ਇਲੈਕਸ਼ਨ ਆਉਂਦੇ ਪਏ ਨੇ, ਸਾਨੂੰ ਸਾਰੇ ਸਿੱਖਾਂ ਨੂੰ ਪੂਰੇ ਦੇ ਪੂਰੇ ਪਹਿਲੇ ਤੇ ਆਪਣੀਆਂ ਵੋਟਾਂ ਬਣਵਾਉਣੀਆਂ ਚਾਹੀਦੀਆਂ, ਵੋਟ ਪਾਉਣ ਜਾਣਾ ਚਾਹੀਦਾ, ਔਰ ਉਸ ਬੰਦੇ ਨੂੰ ਚੁਣਨਾ ਚਾਹੀਦਾ ਜਿਹੜਾ ਬੰਦਾ ਸੰਪੂਰਨ ਸਿੱਖ ਹੋਵੇ, ਪੜ੍ਹਿਆ ਲਿਖਿਆ ਹੋਵੇ, ਹਰ ਚੀਜ਼ ਦੀ ਨੌਲੇਜ ਰੱਖਦਾ ਹੋਵੇ। ਜੇ ਅਗਰ ਕੋਈ ਸਕੂਲ ਚਲਾਣੇ ਨੇ ਤੇ ਸਕੂਲ ਦੀ ਕਿਸੇ ਨੂੰ ਐਜੂਕੇਸ਼ਨ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਜੇ ਬੈਂਕਿੰਗ ਦੀ ਹੈਗੀ ਤੇ ਬੈਂਕਿੰਗ ਦੀ ਨੌਲੇਜ ਹੋਣੀ ਚਾਹੀਦੀ ਹੈ। ਹਰ ਬੰਦਾ ਆਪਣੇ ਜਿਹੜੇ ਫੀਲਡ ਦੇ ਵਿੱਚ ਮਾਹਿਰ ਹੋਣਾ ਚਾਹੀਦਾ, ਤਦੇ ਸਾਡੇ ਸਕੂਲ ਵੀ, ਕਾਲਜ ਵੀ, ਗੁਰਦੁਆਰੇ ਵੀ ਸਭ ਕੁਝ ਬਚ ਜਾਣਗੇ। ਜੇ ਅਸੀਂ ਸਮਝਾਂਗੇ ਨਾ ਕਿ ਜੇ ਐਜੂਕੇਸ਼ਨ ਕਿਸੇ ਕੋਲ ਘੱਟ ਹੈਗੀ ਤੇ ਤੁਸੀਂ ਉਹਨੂੰ ਚੇਅਰਮੈਨ ਬਣਾ ਦਿਓ। ਜੇ ਹੁਣ ਪਤਾ ਲੱਗਿਆ ਕਿ ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਇੱਕ ਜਿਹੜਾ ਡੀਨ ਬਣਾ ਦਿੱਤਾ ਜਿਹੜੇ ਆਪਣੇ ਕਿਸੇ PA ਨੂੰ, ਤੇ ਇਹ ਜਿਹੜੇ ਡੀਨ ਬਣਾਉਣਾ ਜਾਂ ਕਿਸੇ ਕੀ ਹੈਗਾ, ਇਹ ਸਵਾਲਾਂ ਦੇ ਜਵਾਬ ਦੇਣ ਵਾਲੇ ਬੰਦੇ ਨੇ। ਜਿਹੜੇ ਡੀਨ ਬਣਾਉਣੇ ਹੈਗੇ ਨੇ, ਇਹ ਐਜੂਕੇਸ਼ਨ ਟੌਪ ਦੀ ਐਜੂਕੇਸ਼ਨ, ਪ੍ਰੋਫੈਸਰ ਤੋਂ ਉੱਤੇ ਹੁੰਦੇ ਨੇ ਡੀਨ। ਤੇ ਇਹਨਾਂ ਚੀਜ਼ਾਂ ਨੂੰ ਆਪਾਂ ਦੇਖਣਾ ਪਏਗਾ ਕਿ ਜਿਹੜੇ ਅਸੀਂ ਕੱਲ੍ਹ ਨੂੰ ਡੀਨ ਬਣਾਉਂਦੇ ਆ, ਉਹਦੀ ਐਜੂਕੇਸ਼ਨ ਕਿੰਨੀ ਹੈਗੀ ਹੈ, ਕਿਆ ਉਹ ਬੰਦਾ ਸਾਡੇ ਸਵਾਲਾਂ ਦਾ ਜਵਾਬ ਦੇ ਸਕਦਾ ਕਿ ਨਹੀਂ ਦੇ ਸਕਦਾ, ਕਿਆ ਉਹ ਜਿਹੜਾ ਹੈਗਾ ਉਹ ਜਿਹੜੇ ਸਾਡੇ ਜਿਹੜਾ ਇੰਡੈਕਸ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ, ਪੈਰਾਮੀਟਰ 'ਚ ਆਉਂਦਾ ਕਿ ਨਹੀਂ ਆਉਂਦਾ, ਪ੍ਰੋਟੋਕਾਲ ਦੇ ਵਿੱਚ ਜਿਹੜੇ ਵੀ ਹੈਗੇ ਨੇ ਉਹ ਸਾਨੂੰ ਕੰਮ ਕਰਨੇ ਚਾਹੀਦੇ ਨੇ। ਤਦ ਸਾਡੀ ਸਿੱਖੀ ਉੱਤੇ ਜਾਏਗੀ, ਨਹੀਂ ਤਾਂ ਸਾਡੀ ਸਿੱਖੀ ਕਦੀ ਵੀ ਉੱਤੇ ਨਹੀਂ ਜਾ ਸਕਦੀ। ਮੈਂ ਇੱਕ ਵਾਰੀ ਫਿਰ ਬਹੁਤ ਧੰਨਵਾਦ ਕਰਨਾ ਜੀ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਯਾਨੀ ਹਰਪ੍ਰੀਤ ਸਿੰਘ ਜੀ ਦਾ, ਕਿ ਜਿਹੜਾ ਉਹਨਾਂ ਨੇ ਅੱਜ ਇਹ ਫੈਸਲੇ ਲਿੱਤੇ। ਔਰ ਮੈਂ ਉਮੀਦ ਕਰਨਾ ਕਿ ਸੰਗਤ ਜਿਹੜੀ ਹੈਗੀ ਉਹਨਾਂ ਕੋਲ ਉਮੀਦ ਕਰਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਸਖਤ ਤੋਂ ਸਖਤ ਫੈਸਲੇ ਲੈਣਗੇ, ਜਿਨ੍ਹਾਂ ਨਾਲ ਜਿਹੜੇ ਵੀ ਭ੍ਰਸ਼ਟਾਚਾਰ ਕਰਦੇ ਪਏ ਨੇ, ਭ੍ਰਸ਼ਟ ਕਰਦੇ ਪਏ ਨੇ, ਜਿਹੜੇ ਵੀ ਬੰਦੇ ਜਿਹੜਾ ਕੋਈ ਹੇਰਾਫੇਰੀਆਂ ਕਰਦੇ ਨੇ, ਕੁਝ ਵੀ ਕਰਦੇ ਪਏ ਨੇ, ਉਹ ਵੀ ਆਪਣੇ ਆਪ ਨੂੰ ਬ੍ਰੇਕ ਜਲਦ ਤੋਂ ਜਲਦ ਲਗਾ ਦੇਣ, ਜਿਹਦੇ ਨਾਲ ਸਾਡੀ ਸਿੱਖੀ ਬਿਲਕੁਲ ਆਪਣੀ ਸਹੀ ਤਰੀਕੇ ਨਾਲ ਰਵੇ ਔਰ ਚੜ੍ਹਦੀ ਕਲਾ 'ਚ ਹੋਵੇ। ਸਤਿ ਸ਼੍ਰੀ ਅਕਾਲ ਜੀ।